ਵਾਹਿਗੁਰੂ ਜੀ। ਸੋਰਠ ਮਹਿਲਾ ਚੌਥਾ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਆਪੇ ਸ਼ਾਹ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਆਪੇ ਧਰਤੀ ਸਾਜੀਨ ਪਿਆਰੇ, ਪਿੱਛੇ ਟੰਕ ਚੜਾਇਆ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੈ ਮਿਠਾ ਲਾਇਆ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰੈ ਮਿਠਾ ਲਾਇਆ। ਰਹਾ ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ। ਆਪੇ ਹੀ ਭਉ ਪਾਇਂਦਾ ਪਿਆਰਾ, ਬਨ ਬੱਕਰੀ ਸ਼ੀ ਹੰਡਾਇਆ। ਆਪੇ ਕਾਸ਼ਟ ਆਪ ਹਰ ਪਿਆਰਾ, ਵਿੱਚ ਕਾਸ਼ਟ ਅਗਨ ਰਖਾਇਆ। ਆਪੇ ਹੀ ਆਪ ਵਰਤਦਾ ਪਿਆਰਾ, ਪੈ ਅਗਨ ਨ ਸਕੈ ਜਲਾਇਆ। ਆਪੇ ਮਾਰ ਜੀਵਾਈਂਦਾ ਪਿਆਰਾ, ਸਾਹ ਲੈਂਦੇ ਸਭ ਲਵਾਇਆ। ਆਪੇ ਤਾਨ ਦੀਵਾਨ ਹੈ ਪਿਆਰਾ, ਆਪੇ ਕਰ ਲਾਇਆ। ਜਿਉ ਆਪ ਚਲਾਏ ਤਿਉ ਚਲੀਐ ਪਿਆਰੇ, ਜਿਉ ਹਰ ਪ੍ਰਭ ਮੇਰੇ ਭਾਇਆ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹਿ ਬਜਾਇਆ। ਆਪੇ ਤਾਨ ਦੀਵਾਨ ਹੈ ਪਿਆਰਾ, ਆਪੇ ਕਰ ਲਾਇਆ। ਜਿਉ ਆਪ ਚਲਾਏ ਤਿਉ ਚਲੀਐ ਪਿਆਰੀ, ਜਿਉ ਹਰ ਪ੍ਰਭ ਮੇਰੇ ਭਾਇਆ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜਹਿ ਬਜਾਇਆ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਬ੍ਰਹਮ ਸਤਿਗੁਰੂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀ, ਬੜੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠ ਕੇ ਹੀ ਬੜੇ ਹੀ ਪਿਆਰ ਦੇ ਨਾਲ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਹਰ ਜਸ ਸ਼ਬਦ ਕੀਰਤਨਾਂ ਨੂੰ ਸਰਵਣ ਕਰਕੇ
ਆਪਣੇ ਜੀਵਨ ਦੇ ਕੁਝ ਕੁ ਜਿਹੜੇ ਪਲ ਨੇ ਉਹਨਾਂ ਨੂੰ ਸਫਲਾ ਬਣਾਉਣ ਦਾ ਯਤਨ ਕਰ ਰਹੇ ਸਨ। ਆਓ ਪਿਆਰ ਵਾਲਿਓ, ਕੁਝ ਸਮਾਂ ਗੁਰਮਤਿ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਅਰਬਤਾ ਤੋਂ ਪਹਿਲਾਂ ਮਨ ਦੀਆਂ ਬਿਰਤੀਆਂ ਨੂੰ ਕਰੋ ਇਕਾਗਰ, ਗੁਰਫਤਿਹ ਦੇ ਨਾਲ ਸਾਂਝ ਪਾਓ। ਬੜੇ ਹੀ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਜੋ ਇਸ ਪਾਵਨ ਸਥਾਨ ਦੇ ਉੱਤੋਂ ਅੰਮ੍ਰਿਤ ਵੇਲੇ ਤੋਂ ਪਾਵਨ ਹੁਕਮਨਾਮੇ ਦੇ ਤੌਰ ਤੇ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ। ਇਹ ਪਾਵਨ ਸ਼ਲੋਕ ਸੋਰਠ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 605 ਅਤੇ 6 ਉੱਪਰ ਸੁਭਾਈਮਨ ਹੈ। ਆਓ ਪਿਆਰ ਵਾਲਿਓ, ਸਮਝਣ ਦੀ ਕੋਸ਼ਿਸ਼ ਕਰੀਏ ਕਿ ਸਤਿਗੁਰ ਪਾਤਸ਼ਾਹ ਜੀ ਅੱਜ ਇਸ ਪਾਵਨ ਹੁਕਮਨਾਮੇ ਦੇ ਅੰਦਰ ਸਾਨੂੰ ਕੀ ਸਮਝਾਉਣ ਦਾ ਯਤਨ ਕਰ ਰਹੇ ਹਨ। ਸਤਿਗੁਰ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਸਮਝਾਉਣਾ ਕਰਦੇ ਹਨ ਕਿ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। हे ਮੇਰੇ ਮਨਾ, ਉਸ ਪਰਮਾਤਮਾ ਦਾ ਸਿਮਰਨ ਕੀਤਿਆਂ ਹੀ ਤੂੰ ਸੁਖ ਪਾ ਸਕੇਂਗਾ। ਜਿਸ ਮਨੁੱਖ ਨੇ ਵੀ ਉਸ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਸ ਪਰਮਾਤਮਾ ਨੂੰ ਸਿਮਰਿਆ ਹੈ, ਉਸਨੇ ਆਪਣੀ ਜ਼ਿੰਦਗੀ ਦੇ ਅੰਦਰ ਸੁਖ ਪਾਇਆ। ਪਿਆਰ ਵਾਲਿਓ, ਮਨੁੱਖ ਅਨੇਕਾਂ ਯਤਨ ਕਰਦਾ ਹੈ। ਹਰੇਕ ਮਨੁੱਖ ਦੇ ਮਨ ਦੀ ਇਹ ਇੱਛਾ ਹੁੰਦੀ ਹੈ ਕਿ ਮੇਰੀ ਜਿਹੜੀ ਜ਼ਿੰਦਗੀ ਹੈ ਉਹ ਸੁਖਮਈ ਹੋਵੇ, ਆਨੰਦਮਈ ਹੋਵੇ, ਮੇਰੀ ਜ਼ਿੰਦਗੀ ਦੇ ਅੰਦਰ ਖੁਸ਼ਹਾਲੀ ਹੋਵੇ। ਜਿੰਨੀ ਵੀ ਮੈਨੂੰ ਜ਼ਿੰਦਗੀ ਮਿਲੀ ਹੈ ਉਹ ਸਾਰੀ ਜਿਹੜੀ ਉਮਰ ਹੈ ਉਹ ਜ਼ਿੰਦਗੀ ਹੈ ਮੇਰੀ ਸੁਖਮਈ ਬਤੀਤ ਹੋਵੇ। ਫਿਰ ਮਨੁੱਖ ਇਸ ਸੁੱਖ ਦੀ ਖਾਤਰ ਸਾਰੀ ਜਿਹੜੀ ਉਮਰ ਹੈ ਉਹ ਭੱਜ ਦੌੜ ਕਰਦਾ ਰਹਿੰਦਾ ਹੈ। ਕਿਸੇ ਨੇ ਦੱਸਿਆ ਕਿ ਭਾਈ ਫਲਾਣੀ ਜਗ੍ਹਾ ਤੇ ਚਲਾ ਜਾ, ਤੈਨੂੰ ਸੁੱਖ ਪ੍ਰਾਪਤ ਹੋਵੇਗਾ। ਮਨੁੱਖ ਤੁਰ ਕੇ ਉਸ ਜਗ੍ਹਾ ਤੇ ਪਹੁੰਚ ਜਾਂਦਾ, ਚੱਲ ਕੇ ਉਸ ਜਗ੍ਹਾ ਤੇ ਪਹੁੰਚ ਜਾਂਦਾ। ਪਰ ਜਦੋਂ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਦੇ ਆ ਨਾ, ਅੱਜ ਪਾਤਸ਼ਾਹ ਜੀ ਕਿਰਪਾ ਕਰਦੇ ਕਿ ਇਹ ਭਾਈ ਤੇਰੀ ਜ਼ਿੰਦਗੀ ਸੁਖਮਈ ਹੋ ਸਕਦੀ ਹੈ, ਤੇਰੀ ਜ਼ਿੰਦਗੀ ਦੇ ਅੰਦਰ ਸੁੱਖ ਆ ਸਕਦੇ ਨੇ, ਪਰ ਉਹ ਕੇਵਲ ਇੱਕੋ ਇੱਕ ਤਰੀਕਾ ਹੈ, ਉਹ ਹੈ ਪਰਮਾਤਮਾ ਦਾ ਸਿਮਰਨ। ਵੈਸੇ ਤੇਰੀ ਜ਼ਿੰਦਗੀ ਦੇ ਅੰਦਰ ਜੇਕਰ ਸੁੱਖ ਆਣਗੇ, ਉਹ ਜਿਹੜੇ ਸੁੱਖ ਕੁਝ ਪਲ ਦੇ ਲਈ ਹੋ ਸਕਦੇ ਨੇ, ਉਹ ਸੁੱਖ 2 ਸੈਕਿੰਡ ਦਾ, 5 ਸੈਕਿੰਡ ਦਾ, 2 ਮਿੰਟ ਦਾ, 4 ਮਿੰਟ ਦਾ, 1 ਘੰਟੇ ਦਾ, 2 ਦਿਨਾਂ ਦਾ, 4 ਦਿਨਾਂ ਦਾ ਹੋ ਸਕਦਾ ਹੈ। ਪਰ ਜਦੋਂ ਤੇਰੇ ਤੇ ਉਹ ਗੁਰੂ ਕਿਰਪਾ ਕਰ ਦੇਵੇ ਨਾ, ਰਹਿਮਤ ਕਰ ਦੇਵੇ, ਤੇ ਜਦੋਂ ਤੂੰ ਉਸ ਪਰਮਾਤਮਾ ਨੂੰ ਸਿਮਰਨਾ ਸ਼ੁਰੂ ਕਰ ਦਿੱਤਾ, ਉਸ ਦਾ ਆਰਾਧਨ ਕਰਨਾ ਸ਼ੁਰੂ ਕਰ ਦਿੱਤਾ, ਫਿਰ ਤੇਰੀ ਜ਼ਿੰਦਗੀ ਦੇ ਅੰਦਰ ਸਦੀਵ ਕਾਲ ਦੇ ਲਈ, ਸਦਾ ਦੇ ਲਈ ਤੇਰੀ ਜਿਹੜੀ ਜ਼ਿੰਦਗੀ ਹੈ ਉਹ ਸੁਖਮਈ ਬਣ ਸਕਦੀ ਹੈ। ਪਾਤਸ਼ਾਹ ਜੀ ਅੱਜ ਕਿਰਪਾ ਕਰਦੇ ਨੇ, ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਉਸ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਸ ਪਰਮਾਤਮਾ ਨੂੰ ਆਰਾਧਿਆ ਹੈ, ਉਹਨਾਂ ਨੇ ਹੀ ਸੁਖ ਪਾਇਆ ਹੈ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ,
हर हर नाम निदान है प्यारा, गुरपुर है मिठा लाया। कि वो जिहड़ा परमात्मा है ना, वो सुखां दा खजाना है। प्यार वालिओ, जदों आपां गुरबाणी नूं पढ़दे हां ना, गुरबाणी के अंदर उस परमात्मा के परथाए अनेकों शब्द वरते गए ने। किते उन्होंने सुखां दा दाता आख्या गया, किते उसनूं इच्छा पूर्वक भी कहा गया कि वह परमात्मा साडियां इच्छावां पूरीआं करन वाला है। किते उसनूं प्रतिपालक भी आख्या गया कि वह साडी पालना करदा है। किते उसनूं दाता भी आख्या गया। पर सारी बाणी नूं पढ़ के वेख लवो, किते भी उस परमात्मा के परथाए ये शब्द नहीं वरत्या गया कि वह परमात्मा दुख देने वाला है, दुखों का दाता। बाणी के अंदर शब्द वरत्या गया वो सुख देने वाला है, सुखदाता है। आप बाणी नूं पढ़ते हैं, पातशाह की बाणी के अंदर ये वाक होंदा है, इच्छा पूरक सर्व सुखदाता हर जाके वस है काम तेरा। नौवें पातशाह की बाणी नूं पढ़ के वेख लवो। पातशाह जी कृपा करते हैं, कहते जदों मैं इस जगत के वाल ध्यान मार के वेखिया ना, इस जगत के वाल वेखिया, ध्यान मारिया, तो कहते इस दुनिया के अंदर मैनू केवल एको ही वो दाता मिलिया जिहड़ा परमात्मा सी, जिहड़ा मैनू सुख दे सकदा सी। वैसे तो दुनिया के अंदर अनेकों जिहड़े दाते बड़े बैठे ने, दाता बनने का दावा करते हैं कि तुसी मेरे कोल चल के आवो, मैं तुहाडी जिंदगी नूं सुखी बना देवांगा, आनंदमई बना देवांगा। पर नौवें पातशाह जी कृपा करदे कि जेकर मेरे तो पुछिया जाए कि सुखां दा दाता कौन है, कि मैं तो केवल एको ही गल आखांगा कि वह परमात्मा जिहड़ा है ना, वो राम है, जिहड़ा सारियां दे अंदर रमिया होया है। केवल वो परमात्मा ही सुखां दा दाता है। उहदे तो बिना संसार के अंदर दूजा कोई भी सुखां दा दाता नहीं है। कोई तेनू सुख नहीं दे सकता। तू जिन्नियां भी थावां ते भटकेगा, जिन्नियां दा भी आसरा तकेगा, जिवें जिवें आसरा तकदा जावेगा ना, तिवें तिवें तेरी जिंदगी के अंदर दुख हुंदा जावेगा, तू दुखी हुंदा जावेगा। पर जेकर तू सारियां दा लड़ छड्ड के एक दा लड़ फड़ लवेगा, एक दे लड़ लग जावेगा, तेरी जिहड़ी जिंदगी है वो सुखां दे नाल भर जाएगी, सुखमय बतीत होवेगी। सब सुख दाता राम है, दूसर नाहिन कोई, कहूँ नानक सुन रे मना, तै सिमरत गत होए। नौवें पातशाह जी आखदे कहते सब सुख दाता राम है। कहते सारे सुखां दे जेकर दाते की गल करिए ना, सारे सुखां दा दाता किहड़ा है? कहते वो है केवल परमात्मा अकाल पुरख, दूसर नाहिन कोई। इस दुनिया के अंदर ओहदे तो बिना होर कोई दाता नहीं है। मनुख भावें जितने मर्जी जतन करी जावे, जितने मर्जी झूठे दावे करी जावे, ये जिन्ने भी दावे करते हैं ये सारे जिहड़े दावे झूठे ने। इन्हां दे नाल तेरी जिंदगी के अंदर कुछ समय के लिए सुख आ सकते हैं, पर जे तू ये चाहुंदा है कि मेरी जिंदगी के अंदर सदैव काल के लिए सुख बनिया रहे, तो वो तेरी जिंदगी के अंदर सुख तां ही बनेगा जदों तू एक दे लड़ लग जावेगा। ते जिहड़े उस एक दे लड़ लग गए ना, पर उन्हां दी जिंदगी के अंदर सदा सुख ही बन रहा, सदा सुख बनिया रहा। पंजवें पातशाह गुरु अर्जन देव जी महाराज तिन्हां दे दरबार दे विच एक सिख हुंदा है, आके सतगुरां नूं नमस्कार करदा, नमस्कार करके सतगुरु पातशाह जी दे अगे बेनती करदा, पातशाह जी
ਤੁਸੀਂ ਇਹ ਸਾਰੇ ਜਗਤ ਨੂੰ ਉਤਾਰਨ ਵਾਲੇ ਹੋ, ਸਾਰਿਆਂ ਨੂੰ ਉਪਦੇਸ਼ ਦੇ ਰਹੇ ਹੋ, ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਇੱਕ ਉਪਦੇਸ਼ ਦੇਵੋ ਜਿਸ ਉਪਦੇਸ਼ ਨੂੰ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਧਾਰਨ ਕਰਕੇ ਮੈਂ ਆਪਣੀ ਜ਼ਿੰਦਗੀ ਨੂੰ ਸੁਖਮਈ ਬਣਾ ਲਵਾਂ, ਆਨੰਦਮਈ ਬਣਾ ਲਵਾਂ। ਪਾਤਸ਼ਾਹ ਜੀ ਨੇ ਆਖਿਆ, ਸਿੱਖਾ ਤੇਰਾ ਨਾਮ ਕੀ ਹੈ, ਕਿੱਥੋਂ ਦਾ ਤੂੰ ਰਹਿਣ ਵਾਲਾ ਹੈ, ਤੂੰ ਕੰਮ ਕੀ ਕਰਦਾ ਹੈ? ਹੱਥ ਜੋੜ ਕੇ ਉਸ ਸਿੱਖ ਬੇਨਤੀ ਕਰਦਾ, ਆਖਦਾ, ਪਾਤਸ਼ਾਹ ਜੀਓ, ਮੇਰਾ ਨਾਮ ਹੈ ਭਾਈ ਕਟਾਰੂ, ਕਟਾਰੂ ਮੇਰਾ ਨਾਮ ਹੈ। ਮੈਂ ਕਾਬਲ ਦਾ ਰਹਿਣ ਵਾਲਾ ਹਾਂ ਤੇ ਕਾਬਲ ਦਾ ਜਿਹੜਾ ਸੂਬੇਦਾਰ ਹੈ ਉਹਦੇ ਕੋਲ ਮੈਂ ਨੌਕਰੀ ਕਰਦਾ। ਤੇ ਜਦੋਂ ਇਸ ਗੱਲ ਨੂੰ ਸੁਣਿਆ ਨਾ, ਪਾਤਸ਼ਾਹ ਜੀ ਆਖਣ ਲੱਗੇ ਕਿ ਸਿੱਖਾ ਤੂੰ ਕਦੇ ਵੀ ਘੱਟ ਨਾ ਤੋਲੀ ਅਤੇ ਸਦਾ ਉਸ ਪਰਮਾਤਮਾ ਨੂੰ ਸਿਮਰਦਾ ਰਿਹਾ ਕਰ, ਯਾਦ ਕਰਦਾ ਰਿਹਾ ਕਰ, ਉਸ ਦਾ ਸਿਮਰਨ ਕਰਦਾ ਰਿਹਾ ਕਰ, ਤੇ ਜਿੰਨੀ ਵੀ ਤੇਰੀ ਕਿਰਤ ਕਮਾਈ ਹੋਵੇ ਉਸ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਜ਼ਰੂਰ ਕੱਢੀ। ਤੇ ਜੇਕਰ ਤੂੰ ਇਹ ਕਾਰਜ ਕਰਦਾ ਹੈ ਨਾ, ਉਸ ਪਰਮਾਤਮਾ ਨੂੰ ਸਿਮਰਦਾ ਹੈ ਤੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਕਰਦਾ ਹੈ, ਤੇ ਤੇਰੀ ਜ਼ਿੰਦਗੀ ਦੇ ਅੰਦਰ ਕਦੇ ਵੀ ਦੁੱਖ ਨਹੀਂ ਆਵੇਗਾ, ਤੂੰ ਕਦੇ ਵੀ ਦੁਖੀ ਨਹੀਂ ਹੋਵੇਂਗਾ। ਜਦੋਂ ਇਸ ਉਪਦੇਸ਼ ਨੂੰ ਸੁਣਿਆ ਤਾਂ 7 ਬਚਨੇ ਆ ਕੇ ਆਪਣੇ ਘਰ ਦੇ ਵੱਲ ਚੱਲ ਪਿਆ। ਜਾ ਕੇ ਹਰ ਰੋਜ਼ ਦਾ ਜੋ ਕਿਰਤ ਵਿਰਤ ਸੀ ਉਹ ਕਰਨੀ ਸ਼ੁਰੂ ਕਰ ਦਿੱਤੀ, ਕਿਰਤ ਕਰਨੀ ਸ਼ੁਰੂ ਕਰ ਦਿੱਤੀ। ਆਪਣੀ ਦੁਕਾਨ ਦੇ ਉੱਤੇ ਬੈਠਦਾ, ਜਿਹੜਾ ਵੀ ਸੌਦਾ ਲੈਣ ਦੇ ਲਈ ਆਉਂਦਾ ਸੌਦਾ ਦਿੰਦਾ, ਪੂਰਾ ਤੋੜਦਾ, ਤੇ ਨਾਲ ਨਾਲ ਉਸ ਪਰਮਾਤਮਾ ਦਾ ਸਿਮਰਨ ਵੀ ਕਰੀ ਜਾ ਰਿਹਾ ਹੈ, ਉਸ ਪਰਮਾਤਮਾ ਨੂੰ ਯਾਦ ਵੀ ਕਰੀ ਜਾ ਰਿਹਾ ਹੈ। ਤੇ ਜੋ ਵੀ ਮਹੀਨੇ ਦੇ ਅੰਦਰ ਉਹਦੀ ਕਿਰਤ ਕਮਾਈ ਹੁੰਦੀ ਹੈ ਉਹਦੇ ਵਿੱਚੋਂ ਦਸਵੰਧ ਕੱਢਦਾ ਹੈ ਤੇ ਗੁਰੂ ਦੇ ਅੱਗੇ ਅਰਪਣ ਕਰ ਦਿੰਦਾ, ਭੇਟ ਕਰ ਦਿੰਦਾ। ਤੇ ਕਿਰਤ ਵਿਰਤ ਕਰਦਿਆਂ ਹੋਇਆਂ ਕਹਿੰਦੇ ਕੁਝ ਸਮਾਂ ਲੰਘਦਾ ਗਿਆ। ਲੰਘਦਿਆਂ ਇੱਕ ਸ਼ਾਹੂਕਾਰ ਆਉਂਦਾ ਹੈ ਤੇ ਸ਼ਾਹੂਕਾਰ ਭਾਈ ਕਟਾਰੂ ਦੇ ਪਾਸ ਕੁਝ ਜਿਹੜੇ ਤੋਲਣ ਵਾਲੇ ਜਿਹੜੇ ਵੱਟੇ ਨੇ ਉਹ ਦੇ ਜਾਂਦਾ ਹੈ, ਵੇਚ ਜਾਂਦਾ। ਭਾਈ ਕਟਾਰੂ ਮਨ ਦੇ ਅੰਦਰ ਸੋਚਦਾ ਹੈ ਕਿ ਭਾਈ ਇਹ ਤੋਲਣ ਵਾਲੇ ਵੱਡੇ ਨੇ, ਸ਼ਾਹੂਕਾਰ ਵੀ ਇਹਦੇ ਨਾਲ ਤੋਲਦਾ ਸੀ, ਪੂਰੇ ਹੋਣਗੇ। ਤੋਲਣਾ ਕੀਤਾ, ਪਰ ਹੋਇਆ ਕੀ, ਕਹਿੰਦੇ ਉਹਨਾਂ ਵੱਟਿਆਂ ਦੇ ਅੰਦਰ ਥੋੜਾ ਜਿਹਾ ਜਿਹੜਾ ਤੋਲ ਘੱਟ ਸੀ ਤੇ ਉਹਦੇ ਤੇ ਮਨ ਦੇ ਵਿੱਚ ਵੀ ਇਹ ਗੱਲ ਨਹੀਂ ਸੀ ਕਿ ਇਹਦੇ ਅੰਦਰ ਤੋਲ ਘੱਟ ਹੈ। ਉਹਨੇ ਉਹੀ ਵੱਟਿਆਂ ਦੇ ਨਾਲ ਤੋਲਣਾ ਸ਼ੁਰੂ ਕਰ ਦਿੱਤਾ। ਤੋਲ ਕੇ ਜੋ ਵੀ ਹੁੰਦਾ ਉਹਨੂੰ ਸੌਦਾ ਦੇ ਦਿੰਦਾ। ਤੇ ਕੋਈ ਇਨਸਾਨ ਆਇਆ ਤੇ ਜਦੋਂ ਉਸਨੇ ਸੌਦਾ ਖਰੀਦਿਆ ਤੇ ਘਰ ਜਾ ਕੇ ਤੋਲਿਆ, ਵੇਖਿਆ ਕਿ ਉਸ ਦੇ ਅੰਦਰ ਸੌਦਾ ਘੱਟ ਹੈ। ਤੋਲਿਆ ਤੇ ਘੱਟ ਤੋਲਿਆ ਗਿਆ, ਸੌਦਾ ਘੱਟ ਨਿਕਲਿਆ। ਤੇ ਜਾ ਕੇ ਉਸਨੇ ਕਾਬਲ ਦਾ ਜਿਹੜਾ ਸੂਬੇਦਾਰ ਹੈ ਉਹਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ, ਤੁਹਾਡਾ ਪਾਸ ਇੱਕ ਜਿਹੜਾ ਨੌਕਰੀ ਕਰਦਾ ਹੈ ਸਿੱਖ ਭਾਈ ਕਟਾਰੂ, ਉਹ ਘੱਟ ਤੋਲਦਾ ਹੈ। ਤੇ ਜਦੋਂ ਸ਼ਿਕਾਇਤ ਕੀਤੀ ਗਈ, ਸੂਬੇਦਾਰ ਨੇ ਚੈਕਿੰਗ ਕਰਨ ਦੇ ਲਈ ਭੇਜ ਦਿੱਤਾ। ਜਦੋਂ ਚੈਕਿੰਗ ਕਰਨ ਦੇ ਲਈ ਦੁਕਾਨ ਤੇ ਆਏ ਤੇ ਭਾਈ ਕਟਾਰੂ ਨੂੰ ਆ ਕੇ ਆਖਦੇ ਨੇ ਕਿ ਭਾਈ ਤੂੰ ਘੱਟ ਤੋਲਦਾ, ਤੇਰੀ ਸ਼ਿਕਾਇਤ ਮਿਲੀ ਹੈ, ਤੂੰ ਸੌਦਾ ਤੋਲਦਾ, ਉਹਦੇ ਅੰਦਰ ਤੂੰ ਘੱਟ ਤੋਲਦਾ। ਹੁਣ ਭਾਈ ਕਟਾਰੂ ਦੇ ਮਨ ਦੇ ਵਿੱਚ ਵੀ ਇਹ ਗੱਲ ਨਹੀਂ ਸੀ, ਉਹ ਤੇ ਸਗੋਂ ਗੁਰੂ ਦੇ ਉਪਦੇਸ਼ ਨੂੰ ਇਹ ਮੰਨ ਰਿਹਾ ਸੀ, ਧਾਰਨ ਕੀਤਾ ਹੋਇਆ ਸੀ ਕਿ ਮੈਂ ਪੂਰਾ ਤੋਲਾਂਗਾ, ਕਦੇ ਵੀ ਘੱਟ ਨਹੀਂ ਤੋਲਣਾ। ਪਰ ਉਸ ਨੂੰ ਕੀ ਪਤਾ ਕਿ ਇਹ ਜਿਹੜੇ ਵੱਡੇ ਨੇ ਘੱਟ ਨੇ। ਜਦੋਂ ਇਹ ਗੱਲ ਸੁਣੀ ਹੈ ਤੇ ਉਹਨਾਂ ਨੇ ਹੁਣ ਵੱਡਿਆਂ ਦਾ ਤੋਲ ਕਰਨਾ ਸ਼ੁਰੂ ਕਰ ਦਿੱਤਾ। ਤੇ ਉਧਰੋਂ ਭਾਈ ਕਟਾਰੂ ਨੇ ਮਨ ਦੇ ਅੰਦਰ ਗੁਰੂ ਦਾ ਧਿਆਨ ਰੱਖਿਆ ਤੇ ਪਾਤਸ਼ਾਹ ਦੇ ਦਰ ਤੇ ਬੇਨਤੀ ਕਰਦਾ, ਪਾਤਸ਼ਾਹ ਜੀਓ, ਮੈਂ ਤੇ ਤੁਹਾਡੇ ਤੋਂ ਉਪਦੇਸ਼ ਲੈ ਕੇ ਆਇਆ ਸਾਂ ਕਿ ਕਦੇ ਵੀ ਘੱਟ ਨਹੀਂ ਤੋਲਾਂਗਾ। ਮੈਂ ਤੇ ਆਪਣੇ ਮਨੋਂ ਪੂਰਾ ਤੋਲਦਾ ਰਿਹਾ, ਪਰ ਮੈਨੂੰ ਕੀ ਪਤਾ ਵੀ ਇਹ ਜਿਹੜੇ ਵੱਡੇ ਨੇ ਇਹ ਘੱਟ ਨੇ, ਇਹਦੇ ਅੰਦਰ ਤੋਲ ਘੱਟ ਹੈ। ਤੇ ਜੇਕਰ ਘੱਟ ਵੀ ਹੈ ਸਤਿਗੁਰੂ ਪਾਤਸ਼ਾਹ ਜੀ, ਅੱਜ ਤੁਸੀਂ ਹੀ ਮੈਨੂੰ ਬਚਾਉਣ ਵਾਲੇ ਹੋ, ਮੇਰੇ ਤੇ ਰਕਸ਼ਾ ਕਰਨ ਵਾਲੇ ਹੋ, ਮੇਰੀ ਕਿਰਪਾ ਕਰੋ ਮੇਰੇ ਤੇ।
ਤੇ ਉਧਰ ਜਿਵੇਂ ਕਹਿੰਦੇ ਵੱਟਿਆਂ ਦਾ ਤੋਲ ਹੋ ਰਿਹਾ ਨਾ, ਇੱਧਰ ਸਤਿਗੁਰੂ ਪਾਤਸ਼ਾਹ ਜੀ ਦਰਬਾਰ ਦੇ ਵਿੱਚ ਬੈਠੇ ਹੋਏ ਨੇ ਤੇ ਹੱਥ ਦੇ ਅੰਦਰ ਕੁਝ ਟਕੇ ਫੜੇ ਹੋਏ ਨੇ। ਉਹਨਾਂ ਟਕਿਆਂ ਨੂੰ ਕਦੇ ਸੱਜੇ ਹੱਥ ਤੇ ਰੱਖਦੇ, ਕਦੇ ਖੱਬੇ ਹੱਥ ਤੇ ਰੱਖਦੇ, ਕਦੇ ਖੱਬੇ ਤੇ ਕਦੇ ਸੱਜੇ ਤੇ ਸਿੱਖ ਜਿਹੜੇ ਉਹ ਵੇਖਦੇ ਪਏ ਨੇ ਕਿ ਪਾਤਸ਼ਾਹ ਜੀ ਅੱਜ ਕਰਦੇ ਕੀ ਪਏ ਨੇ। ਇਹ ਕਦੇ ਕਿਸੇ ਟਕੇ ਨੂੰ ਸੱਜੇ ਤੇ ਕਰ ਲੈਂਦੇ ਨੇ, ਕਦੇ ਖੱਬੇ ਤੇ ਹੱਥ ਤੇ ਰੱਖ ਲੈਂਦੇ ਨੇ। ਬੜੇ ਸਿੱਖ ਹੈਰਾਨ ਨੇ। ਇੱਕ ਸਿੱਖ ਨੇ ਪੁੱਛ ਹੀ ਲਿਆ, ਕਹਿੰਦਾ ਪਾਤਸ਼ਾਹ ਜੀਓ, ਅੱਜ ਤੱਕ ਅਨੇਕਾਂ ਜਿਹੜੇ ਸੰਗਤਾਂ ਨੇ ਉਹ ਤੁਹਾਡੇ ਦਰ ਤੇ ਚੜਾਵਾ ਚੜਾ ਕੇ ਜਾਂਦੀਆਂ ਨੇ, ਪਰ ਇਹਨਾਂ ਟਕਿਆਂ ਦੇ ਵਿੱਚ ਇਹੋ ਜਿਹਾ ਕੀ ਹੈ? ਕਦੇ ਇਸ ਨੂੰ ਸੱਜੇ ਹੱਥ ਤੇ ਰੱਖ ਲੈਂਦੇ ਹੋ, ਕਦੇ ਖੱਬੇ ਹੱਥ ਤੇ ਰੱਖ ਲੈਂਦੇ ਹੋ। ਜਦੋਂ ਇਹ ਸਵਾਲ ਕੀਤਾ ਨਾ, ਫਿਰ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਕਾਬਲ ਦੇ ਵਿੱਚ ਮੇਰਾ ਇੱਕ ਸਿੱਖ ਹੈ ਭਾਈ ਕਟਾਰੂ, ਕਿ ਜਿਹਦੇ ਨਾਲ ਕਿਸੇ ਸ਼ਾਹੂਕਾਰ ਨੇ ਧੋਖਾ ਕਰ ਲਿਆ, ਬੇਈਮਾਨੀ ਦੇ ਨਾਲ ਉਹਦੇ ਜਿਹੜੇ ਵੱਟੇ ਨੇ ਉਹਨੂੰ ਘੱਟ ਤੋਲਣ ਵਾਲੇ ਵੱਟੇ ਦੇ ਗਿਆ, ਤੇ ਉਹ ਜਿਹੜਾ ਭਾਊ ਕਟਾਰੂ ਹੈ ਉਹ ਉਹਨਾਂ ਵੱਟਿਆਂ ਦੇ ਨਾਲ ਤੋਲੀ ਜਾ ਰਿਹਾ ਸੀ। ਉਹਨੂੰ ਤੇ ਪਤਾ ਵੀ ਨਹੀਂ ਘੱਟ ਤੋਲਿਆ ਜਾ ਰਿਹਾ। ਕਿਤੇ ਕਿਸੇ ਨੇ ਜਾ ਕੇ ਸ਼ਿਕਾਇਤ ਕਰ ਦਿੱਤੀ ਹੈ। ਅੱਜ ਜੋ ਚੈਕਿੰਗ ਵਾਲੇ ਆਏ ਹੋਏ ਨੇ, ਤੇ ਜੇਕਰ ਉਹ ਸੱਜੇ ਛਾਬੇ ਦੇ ਵਿੱਚ ਵੱਟਾ ਪਾਉਂਦੇ ਨੇ ਤੇ ਮੈਂ ਸੱਜੇ ਹੱਥ ਤੇ ਕੁਝ ਜਿਹੜੇ ਟਕੇ ਰੱਖ ਲੈਣਾ ਤਾਂ ਜੋ ਉਹਦਾ ਜਿਹੜਾ ਵੱਟਾ ਹੈ ਉਹ ਪੂਰਾ ਤੋਲਿਆ ਜਾਵੇ। ਤੇ ਸਿੱਖ ਬੜੇ ਹੈਰਾਨ ਨੇ। ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਪਿਆਰ ਵਾਲਿਓ, ਜਿਨ੍ਹਾਂ ਨੇ ਵੀ ਉਸ ਗੁਰੂ ਨੂੰ ਅਰਾਧਿਆ ਨਾ, ਸੱਚੇ ਮਨ ਦੇ ਨਾਲ ਯਾਦ ਕੀਤਾ ਹੈ, ਤੇ ਪਿਆਰ ਵਾਲਿਓ ਉਹ ਗੁਰੂ ਉਹਨਾਂ ਤੇ ਕਿਰਪਾ ਕਰਨ ਵਾਲਾ ਹੈ, ਉਹਨਾਂ ਦੀ ਆਪ ਰੱਖਿਆ ਕਰਨ ਵਾਲਾ ਹੈ, ਆਪ ਬਚਾਉਣ ਵਾਲਾ ਹੈ। ਜੇਕਰ ਮਨੁੱਖ ਦੇ ਮਨ ਦੇ ਅੰਦਰ ਖੋਟ ਹੋਵੇਗੀ ਨਾ, ਉਹ ਭਾਵੇਂ ਜਿੰਨਾ ਮਰਜ਼ੀ ਸਿਮਰਨ ਕਰ ਲਵੇ, ਜਿੰਨਾ ਮਰਜ਼ੀ ਬਾਣੀ ਪੜ੍ਹ ਲਵੇ, ਪਰ ਪਿਆਰ ਵਾਲਿਓ ਉਹਦਾ ਕੀਤਾ ਹੋਇਆ ਜਿਹੜਾ ਸਿਮਰਨ ਹੈ ਕਦੇ ਵੀ ਥਾਈ ਨਹੀਂ ਪੈ ਸਕਦਾ। ਜਿਹਦਾ ਮਨ ਸਾਫ਼ ਹੈ, ਮਨ ਸਾਫ਼ ਕਰਕੇ ਗੁਰੂ ਨੂੰ ਆਰਾਧਦਾ, ਗੁਰੂ ਨੂੰ ਚੇਤੇ ਕਰਦਾ, ਫਿਰ ਦੁੱਖ ਆਉਣ ਤੇ ਭੀੜਾ ਆਉਣ ਤੇ ਉਹ ਗੁਰੂ ਆਪ ਕਿਰਪਾ ਕਰਦਾ, ਉਹਨੂੰ ਆਪ ਬਚਾ ਲੈਂਦਾ। ਅੱਜ ਪਾਤਸ਼ਾਹ ਜੀ ਕਿਰਪਾ ਕਰਦੇ, ਹਰ ਹਰ ਨਾਮ ਨਿਧਾਨ ਹੈ ਪਿਆਰਾ, ਗੁਰਪੂਰ ਹੈ ਮਿੱਠਾ ਲਾਇਆ। ਕਿ ਉਸ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਨਾ, ਉਹ ਸੁੱਖਾਂ ਦਾ ਖਜ਼ਾਨਾ ਹੈ, ਇੱਕ ਖਜ਼ਾਨਾ ਹੈ ਪਿਆਰਾ, ਗੁਰਪੂਰ ਹੈ ਮਿੱਠਾ ਲਾਇਆ। ਜਿਨੇ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ, ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਸ ਪ੍ਰਮਾਤਮਾ ਨੂੰ ਸਿਮਰਨਾ ਸ਼ੁਰੂ ਕਰ ਦਿੱਤਾ ਹੈ, ਕਹਿੰਦੇ ਉਹਨੇ ਉਸ ਪ੍ਰਮਾਤਮਾ ਦੇ ਨਾਮ ਨੂੰ ਮਿੱਠਾ ਕਰਕੇ ਅਨੁਭਵ ਕਰ ਲਿਆ। ਪਹਿਲੇ ਬੰਦ ਦੇ ਅੰਦਰ ਪਾਤਸ਼ਾਹ ਜੀ ਕਿਰਪਾ ਕਰਦੇ, ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲਤ ਲਾਇਆ। ਦੁਕਾਨਦਾਰਾਂ ਦੇ ਕੋਲ ਆਪਾਂ ਵੇਖਦੇ ਹਾਂ ਸੌਦਾ ਤੋਲਣ ਦੇ ਲਈ ਤਕੜੀ ਹੁੰਦੀ ਹੈ। ਕਹਿੰਦੇ ਪਾਤਸ਼ਾਹ ਜੀ ਆਖਦੇ, ਕਹਿੰਦੇ ਉਹ ਪ੍ਰਮਾਤਮਾ ਆਪ ਹੀ ਕੰਡਾ ਹੈ, ਤੇ ਆਪੇ ਹੀ ਉਹ ਤਕੜੀ ਹੈ, ਤੇ ਆਪੇ ਹੀ ਤੋਲਣ ਵਾਲਾ ਹੈ। ਤੇ ਇਸ ਸੰਸਾਰ ਰੂਪੀ ਸ੍ਰਿਸ਼ਟੀ ਰੂਪੀ ਜੋ ਤੋਲ ਹੈ, ਕਹਿੰਦੇ ਉਸ ਨੂੰ ਉਹ ਪ੍ਰਮਾਤਮਾ ਆਪਣੀ ਹੀ ਤਕੜੀ ਦੇ ਅੰਦਰ ਆਪ ਹੀ ਤੋਲ ਰਿਹਾ। ਆਪੇ ਸ਼ਾਹ ਆਪੇ ਵਣਜਾਰਾ, ਆਪੇ ਹੀ ਵਣਜ ਕਰਾਇਆ। ਉਹ ਪ੍ਰਮਾਤਮਾ ਆਪ ਹੀ ਸ਼ਾਹ ਹੈ, ਵਪਾਰ ਕਰਨ ਵਾਲਾ ਹੈ, ਆਪੇ ਵਣਜਾਰਾ, ਆਪੇ ਹੀ ਜੀਵ ਰੂਪੀ ਵਣਜਾਰਾ ਬਣ ਕੇ ਇਸ ਸੰਸਾਰ ਦੇ ਅੰਦਰ ਇਹ ਜਿਹੜਾ ਵਪਾਰ ਕਰ ਰਿਹਾ ਹੈ, ਆਪੇ ਵਣਜ ਕਰਾਇਆ, ਤੇ ਆਪੇ ਹੀ ਜੀਵਾਂ ਤੋਂ ਵਪਾਰ ਕਰਾ ਰਿਹਾ। ਆਪੇ ਧਰਤੀ ਸਾਜਿਨ ਪਿਆਰਾ, ਪਿੱਛੇ ਟੰਕ ਚੜਾਇਆ। ਤੇ ਇਹ ਜਿਹੜੀ ਧਰਤੀ ਉਸ ਪ੍ਰਮਾਤਮਾ ਨੇ ਆਪ ਹੀ ਸਾਜੀ ਹੋਈ ਹੈ, ਤੇ ਆਪੇ ਹੀ ਉਹ ਪ੍ਰਮਾਤਮਾ, ਟੰਕ ਦਾ ਅਰਥ ਹੁੰਦਾ ਹੈ ਚਾਰ ਮਾਸੇ ਦਾ ਵੱਟਾ। ਕਹਿੰਦੇ ਉਹ ਪ੍ਰਮਾਤਮਾ ਆਪ ਹੀ ਇਸ ਟੰਕ ਦੇ ਅੰਦਰ, ਇਸ ਤਕੜੀ ਦੇ ਅੰਦਰ ਆਪ ਹੀ ਜੀਵਾਂ ਨੂੰ ਤੋਲ ਰਿਹਾ, ਪਰ ਆਪ ਹੀ ਜੀਵਾਂ ਦੀ ਰੱਖਿਆ ਕਰ ਰਿਹਾ। ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਕਹਿੰਦੇ ਉਸ ਪ੍ਰਮਾਤਮਾ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ, ਤੇ ਇਸ ਸ੍ਰਿਸ਼ਟੀ ਦੇ ਅੰਦਰ ਆਪ ਹੀ ਜਲ ਨੂੰ ਪੈਦਾ ਕੀਤਾ ਹੈ, ਪਾਣੀ ਜਿਹੜਾ ਆਪ ਹੀ ਪੈਦਾ ਕੀਤਾ ਹੈ। ਆਪੇ ਕਰੇ ਕਰਾਇਆ, ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ। ਇਸ ਸੰਸਾਰ ਦੇ ਅੰਦਰ ਉਸ ਪ੍ਰਮਾਤਮਾ ਦਾ ਆਪ ਹੀ ਹੁਕਮ ਵਰਤਦਾ ਪਿਆ। ਇਹ ਸੰਸਾਰ ਸਾਰਾ ਉਹਦੇ ਹੁਕਮ ਦੇ ਅੰਦਰ ਬੱਝਾ ਹੋਇਆ ਹੈ, ਤੇ ਹੁਕਮ ਦੇ ਅੰਦਰ ਬੱਝਾ ਹੋਇਆ ਜਲ ਮਾਟੀ ਬੰਦ ਰਖਾਇਆ। ਤੇ ਜਿਹੜੀ ਮਿੱਟੀ ਹੈ ਨਾ, ਪਾਣੀ ਨੂੰ ਮਿੱਟੀ ਦੇ ਅੰਦਰ ਜਕੜ ਕੇ ਰੱਖਿਆ ਹੋਇਆ ਹੈ। ਆਪ
आपे ही भौ पाइंदा प्यारा बन बकरी शी हंडाया। कहते आपे ही पानी के अंदर इहो जिहा भौ पैदा कर दिता कि हुण वो जिहड़ा पानी है वो मिट्टी नूं रोड़ नहीं सकता। आपे काष्ट आप हर प्यारा विच काष्ट अगन रखाया। कहते वो आप ही वो परमात्मा लकड़ी नूं पैदा करने वाला है। काष्ट का अर्थ हुंदा लकड़ी। आपे काष्ट आप हर प्यारा, कहते आपे ही वो लकड़ी नूं पैदा करने वाला विच काष्ट अगन रखाया। उन्हें अपने हुक्म के अंदर ही इस लकड़ी के अंदर अग पा दी है, बसंतर पा दी है। इस लकड़ी के अंदर आप ही अग पाई है। आपे ही आप वरतदा प्यारा पै अगन न सकै जलाया। कहते वो आप ही इस संसार के अंदर इस लकड़ी के अंदर वरत रहा है। ਉਹਦੇ अंदर जिहड़ी अग पाई है ना, आपां वेखदे हैं जिहड़ी अग है, अग का काम ही यह है कि जो भी ਉਹਦੇ अंदर चीज़ पावांगे वो साड़ के सुआह कर देगी। कोई कीमती तो कीमती चीज़ भी होवे वो भी साड़ के सुआह कर देती है, क्योंकि अग का काम ही है साड़ना। कि वेखो कि उस परमात्मा का हुक्म किहो जिहा, लकड़ी के अंदर अग है पर वही जिहड़ी अग है वो लकड़ी नूं साड़ नहीं रही। सानू पता भी है जदों इस लकड़ी के अंदर अग है, इस लकड़ी नूं जदों अग के अंदर पावांगे ये लकड़ी है जिहड़ी सड़ के राख हो जाएगी। पर वेखो कहते पातशाह जी कृपा करते हैं, कहते वेखो उस परमात्मा के कोतक आप ही उन्हें लकड़ी नूं पैदा किया है, तो उस लकड़ी के अंदर आप ही अग नूं टकाया हुआ है। तो जिस अग का काम ये सी कि सड़ के सुआह कर देना, कि अज वही जिहड़ी लकड़ी है अग है वो लकड़ी नूं साड़ नहीं रही। आपे मार जिवाइंदा प्यारा सह लैंदे सब वरताया। कहते इसी प्रकार ही वो परमात्मा दे हुक्म दे अंदर ही इस संसार दे अंदर जिहड़े जीव ने वो पैदा होंदे ने, ते उसके हुक्म दे अंदर ही ये जीव ने नाश होंदे ने। ते उस जीव दे उस परमात्मा दे दिते हुए जिहड़े ये प्राण ने उन्हां दे नाल ही ये जिहड़ी सृष्टि है चल रही है। ये मुल्क साह लैंदा है। आपे तान दीवान है प्यारा आपे कारै लाया। पातशाह जी कृपा करदे कि आपे ही ताकत है, दीवान है प्यारा आपे कारै लाया। ते आपे ही इस जिहड़ी ताकत है इसनूं वरत रहा है। इस ताकत के नाल इस दुनिया के अंदर कार्य कर रहे, जो आप चलाए तो चलिए प्यारे, जो हर प्रभ मेरे पाया। कि जिमें वो परमात्मा आप चला रहे हैं ना, ये सारा जिहड़ा संसार है ये सब उहदे हुक्म के अंदर चल रहे हैं। कोई भी हुक्म तो बाहर नहीं। आप जपजी साहिब की बाणी नूं पढ़ते हैं, पातशाह जी कृपा कर दे हुक्म है अंदर सब को बाहर हुक्म ना कोई। कि ये जिन्ना भी संसार है असीं आखदे हां कि इस परमात्मा के हुक्म तो बाहर चलते पे नहीं, असी सारे उस परमात्मा के हुक्म के अंदर ही चलते पे हैं। ये जो भी गिरत बिरत कर रहे हैं, जो भी कार्य व्यवहार कर रहे हैं, कर रहे हैं, ये सब उस परमात्मा के हुक्म के अंदर ही कर रहे हैं। जो आप चलाए तो चलिए प्यारे, जो हर प्रभ मेरे पाया। कि जिमें वो परमात्मा आप चला रहे हैं ना, कि हे मेरे मित्र ਉਹਦੇ हुक्म के अंदर ही चलीए, जिमें उस परमात्मा नूं चंगा लगता है। आपे जंती जंत है प्यारा जन नानक वजह बजाया। पातशाह जी अंतली पंक्ति के अंदर समझौना करते हैं, कहते वो परमात्मा आप ही जंती है। जंती का अर्थ होंदा बाजा बजाण वाला। जंत है प्यारा जन नानक वजह बजाया। कहते असी ये जीव असी वाजे हाँ, तो वो परमात्मा अपने हुक्म रूपी जो टंका है वो आप ही बजा रहे हैं, बाजा आप ही बजा रहे हैं। असी सब उहदे हुक्म के अंदर चलने वाले हैं। प्यार वालिओ पातशाह जी कृपा करते हैं, कहते जे तू अपनी जिंदगी के अंदर सुख चाहुंदा है ना, तो उस परमात्मा नूं सिमरना शुरू कर, उस परमात्मा का आराधना कर, तां जो तेरे भी जिहड़ी जिंदगी है वो सुखमय बतीत होवे। सतगुरु पातशाह जी साडे ते भी कृपा कर, असी भी उस परमात्मा नूं सिमरना शुरू करिए, उहदे हुक्म के अंदर चलना शुरू करिए, तां जो साडा भी संसार के उत्ते आया होया जिहड़ा जन्म है वो सफला हो सके। विचारां की समाप्ति
ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।